ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਗੁਰ ਸ਼ਬਦ ਵਿਚਾਰਾ। ਆਹਾ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰਦਿਆਂ ਇੱਕ ਰਸ ਆਉਂਦਾ ਹੈ, ਉਹਨੂੰ ਮਨ ਪੀਂਦਾ ਹੈ। ਅੰਮ੍ਰਿਤ ਦਾ ਰਸ ਹੈ। ਕਿੰਨਾ ਕਮਾਲ ਦਾ ਖਜ਼ਾਨਾ ਸੀ। ਅਰਦਾਸ ਦੀ ਇੱਕ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੱਚਮੁੱਚ ਹੀ ਪਾਠ ਦੀਦਾਰ ਦੇ ਵਿੱਚੋਂ ਕਮਾਲ ਦੇ ਮੋਤੀ ਮਨ ਨੂੰ ਚੁਗਣ ਦੀ ਜੁਗਤ ਮਿਲਦੀ ਆ ਰਹੀ ਹੈ। ਸ਼ੁਕਰ ਵਾਹਿਗੁਰੂ ਦਾ, ਸ਼ੁਕਰ ਵਾਹਿਗੁਰੂ ਜੀ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 64 ਪੰਨਾ ਨੰਬਰ 64 ਦੇ ਉੱਪਰ ਅੰਕਿਤ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਅਸ਼ਟਪਦੀਆਂ। 17ਵੀਂ ਅਸ਼ਟਪਦੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ 17 ਅਸ਼ਟਪਦੀਆਂ ਨੇ, ਤੇ ਇਹ ਆਖਰੀ 17ਵੀਂ ਅਸ਼ਟਪਦੀ ਹੈ ਸ੍ਰੀ ਰਾਗ ਦੀ, ਗੁਰੂ ਨਾਨਕ ਪਾਤਸ਼ਾਹ ਜੀ ਦੀ। ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਅਸ਼ਟਪਦੀਆਂ ਸ਼ੁਰੂ ਹੋਣਗੀਆਂ। ਆਓ ਕਰੀਏ ਦੀਦਾਰ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਖੁਦ ਕਮਾਲ ਦਾ ਕੀਰਤਨ ਕਰਦੇ ਸਨ। ਸ੍ਰੀ ਰਾਗ ਵਿੱਚ ਇਸ ਸ਼ਬਦ ਨੂੰ ਗਾਉਂਦੇ ਸੀ, ਤੇ ਸ੍ਰੀ ਰਾਗ ਵਿੱਚ ਗਾਉਣ ਦਾ ਹੀ ਸੰਦੇਸ਼ ਹੈ। ਸਵਰ ਤਾਲ ਦੇ ਸੂਖਸ਼ਮ ਭੇਦਾਂ ਅਨੁਸਾਰ ਦੂਜੇ ਘਰ ਵਿੱਚ ਇਸ ਨੂੰ ਗਾਇਆ ਜਾਂਦਾ ਹੈ। ਇਸ ਵਿੱਚ ਗੁਰੂ ਸਾਹਿਬ ਦਾ ਉਪਦੇਸ਼ ਹੈ, ਇੱਕ ਰਮਜ਼ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ। ਮੁਕਾਮ ਹੁੰਦਾ ਪੱਕਾ ਟਿਕਾਣਾ। ਮਨੁੱਖ ਇਸ ਜੀਵਨ ਤੇ ਦੁਨੀਆ ਨੂੰ ਪੱਕਾ ਟਿਕਾਣਾ ਬਣਾ ਕੇ ਬੈਠਾ ਹੈ ਵੀ ਮੈਂ ਸ਼ਾਇਦ ਇੱਥੋਂ ਜਾਣਾ ਹੀ ਨਹੀਂ, ਇਹ ਇੱਦਾਂ ਹੀ ਚੱਲਦਾ ਰਹਿਣਾ ਸਭ ਕੁਝ ਮੇਰਾ ਜੀਵਨ। ਪਰ ਇਹਦੇ ਅੰਦਰ ਕਿਧਰੇ ਨਾ ਕਿਧਰੇ ਜਿਹੜੀ ਚੇਤਨਾ ਹੈ ਨਾ, ਉਹ ਧੁਖਦੀ ਪਈ ਆਖੋ ਵਾਹਿਗੁਰੂ। ਧੋਖ, ਅੱਗ ਧੁਖਦੀ ਕੀ ਹੁੰਦੀ ਹੈ? ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਲੱਕੜੀ ਵਾਲੀ, ਉਹ ਅੱਗ ਬੁਝਦੀ ਬੁਝਦੀ ਹਲੇ ਬੁਝੀ ਨਹੀਂ, ਅੰਦਰ ਹੈ ਪਰ ਬਾਹਰ ਨਹੀਂ ਆ ਰਹੀ, ਉਹਨੂੰ ਕਹਿੰਦੇ ਨੇ ਧੁਖਦੀ ਹੋਈ, ਸੁਲਗਦੀ ਹੋਈ। ਉਹ ਥੋੜੀ ਥੋੜੀ ਕਦੀ ਕਦੀ ਝਲਕ ਜੀ ਮਾਰਦੀ ਹੈ, ਪਰ ਅੰਦਰ ਬੈਠੀ ਹੈ। ਅਗਰ ਉਸ ਨੂੰ ਫਿਊਲ ਮਿਲ ਜਾਵੇ ਤਾਂ ਉਹ ਅੱਗ ਬਣ ਜਾਏਗੀ, ਨਹੀਂ ਤੇ ਅੰਦਰ ਧੁਖਦੀ ਪਈ ਹੈ, ਲਿਸ਼ਕਾਰੇ ਜੀ ਮਾਰਦੀ ਹੈ ਕਦੀ ਕਦੀ। ਇਸ ਤਰ੍ਹਾਂ ਪਤਾ ਹਰ ਇੱਕ ਨੂੰ ਵੀ ਚਲੇ ਜਾਣਾ। ਜਦੋਂ ਆਪਸ ਵਿੱਚ ਗੱਲਾਂ ਕਰਦੇ ਨੇ ਨਾ, ਗੱਲਾਂ ਬਾਤਾਂ ਵਿੱਚ ਕਹਿੰਦੇ ਤਾਂ ਹੈ, ਉਹ ਅੰਦਰੋਂ ਅੱਗ ਧੁਖਦੀ ਜੀ ਤਾਂ ਹੈ, ਪਰ ਅੰਦਰੋਂ ਗਹਿਰਾ ਅਹਿਸਾਸ ਨਹੀਂ ਹੈ ਆਖੋ ਵਾਹਿਗੁਰੂ ਕਿ ਛੱਡ ਕੇ ਚਲੇ ਜਾ। ਜਦੋਂ ਤੁਹਾਨੂੰ ਪਤਾ ਹੋਵੇ ਨਾ, ਆਪਾਂ ਕਿਸੇ ਨੂੰ ਮਿਲਣ ਜਾਈਏ, ਪਤਾ ਮੈਂ 5 ਮਿੰਟਾਂ ਬਾਅਦ ਇੱਥੋਂ ਜਾਣਾ ਪੈਣਾ, ਮੇਰੀ ਅੱਗੇ ਮੀਟਿੰਗ ਹੈ, ਤਾਂ ਉਹਨੂੰ ਉਹ 5 ਮਿੰਟਾਂ ਦੀ ਵੈਲਿਊ ਪਤਾ ਲੱਗ ਜਾਂਦੀ ਹੈ। ਜਿੰਨੀ ਗੱਲ ਕਰਨੀ ਹੈ 5 ਮਿੰਟਾਂ 'ਚ ਕਰ ਲਈਏ, ਕਿਉਂਕਿ ਚਲੇ ਜਾਣਾ। ਜਿਸ ਜ਼ਿੰਦਗੀ ਨੇ ਚਲੇ ਜਾਣਾ ਪਿਆਰਿਆ, ਇਸ ਜ਼ਿੰਦਗੀ ਦੀ ਵੈਲਿਊ
ਹਾਲੇ ਪਤਾ ਨਹੀਂ ਲੱਗ ਰਹੀ, ਕਿਉਂਕਿ ਅੰਦਰ ਤੇਰੇ ਚੇਤਨਾ ਤਾਂ ਹੈ, ਪਰ ਉਹ ਚੇਤਨਾ ਦੀ ਜਿਹੜੀ ਅੱਗ ਹੈ ਨਾ, ਹਾਲੇ ਧੁਖਦੀ ਜੀ ਹੈ, ਬਲੀ ਨਹੀਂ ਹੈ ਅੰਦਰ। ਤੈਨੂੰ ਗਹਿਰਾ ਅਹਿਸਾਸ ਨਹੀਂ ਹੋਇਆ ਕਿ ਛੱਡ ਕੇ ਚਲੇ ਜਾਣਾ ਹੈ। ਮੁਕਾਮ ਤਾ ਪਰ ਜਾਣੀਐ ਜਾ ਰਹਿ ਨਿਹਚਲ ਲੋਕ। ਪੱਕਾ ਟਿਕਾਣਾ ਤਾਂ ਮੰਨੀਏ ਜੇ ਕੋਈ ਇੱਥੇ ਜਨਮ ਲੈਣ ਵਾਲਾ ਕਦੀ ਮਰੇ ਹੀ ਨਾ, ਨਿਹਚਲ ਸਦਾ ਰਹਿਣ। ਪਰ ਇੱਥੇ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਫਿਰ ਜਿਸ ਨੇ ਜੋ ਵੀ ਆਇਆ ਚਲੇ ਜਾਣਾ ਹੈ। ਜੇ ਇਸ ਸੰਸਾਰ ਤੋਂ ਅਸੀਂ ਚਲੇ ਹੀ ਜਾਣਾ ਹੈ, ਦੁਨੀਆ ਕੈਸ ਮੁਕਾਮੇ, ਫਿਰ ਦੁਨੀਆ ਪੱਕਾ ਟਿਕਾਣਾ ਕਿਵੇਂ ਹੋਇਆ? ਕੈਸ ਦੇ ਅਰਥ ਕਿਵੇਂ? ਪਿਆਰਿਆ, ਜੇ ਸਮਝਦਾ ਹੈ ਕਿ ਇੱਕ ਦਿਨ ਮੌਤ ਆ ਜਾਣੀ ਹੈ, ਜੇ ਗਹਿਰਾ ਅਹਿਸਾਸ ਹੈ, ਜੇ ਜ਼ਿੰਦਗੀ ਦੀ ਵੈਲਿਊ ਸਮਝ ਆ ਗਈ, ਤਾਂ ਇਦਾਂ ਕਰ ਸਿਦਕ ਕਰਨੀ ਖਰਚ ਬੰਧੋ, ਲਾਗ ਰਹੋ ਨਾਮੇ ਰਹਾਓ। ਸ਼ਬਦ ਦਾ ਤੱਤ ਸਾਰਾ ਸੈਂਟਰਲ ਆਈਡੀਆ ਹੈ। ਸਿਦਕ ਹੁੰਦਾ ਹੈ ਸ਼ਰਧਾ, ਵਿਸ਼ਵਾਸ, ਭਰੋਸਾ। ਧਾਰਮਿਕ ਜੀਵਨ ਜਿਉਣ ਵਾਸਤੇ, ਧਰਮੀ ਸੁਭਾਅ ਤੇ ਧਰਮੀ ਸੋਚ ਬਣਾਉਣ ਵਾਸਤੇ 2 ਪਿੱਲਰ ਹੋਣੇ ਚਾਹੀਦੇ ਆ, ਤਾਂ ਅੰਦਰ ਸੋਚ ਤੇ ਸੁਭਾਅ ਦਾ ਮਹਿਲ ਬਣੇਗਾ। ਇੱਕ ਸ਼ਰਧਾ, ਇੱਕ ਗਿਆਨ। ਜਿਨ੍ਹਾਂ ਕੋਲ ਸ਼ਰਧਾ ਹੈ, ਗਿਆਨ ਨਹੀਂ, ਉਹ ਕਦੀ ਕਿਸੇ ਦੇ ਪਿੱਛੇ ਲੱਗ ਜਾਂਦੇ, ਕਦੀ ਕਿਸੇ ਦੇ ਪਿੱਛੇ ਲੱਗ ਜਾਂਦੇ, ਜੀਵਨ ਕਰਮਕਾਂਡੀ ਬਣ ਜਾਂਦਾ ਹੈ। ਧਰਮ ਦੇ ਕਰਮ ਤਾਂ ਕਰਦੇ ਨੇ, ਸੁਭਾਅ ਵਿੱਚੋਂ ਨਿੰਦਾ ਦਾ ਰਸ ਨਹੀਂ ਨਿਕਲਦਾ, ਨਫ਼ਰਤ ਨਹੀਂ ਨਿਕਲਦੀ, ਲੋਭ, ਲਾਲਚ, ਹੰਕਾਰ ਆਦਿਕ ਨਹੀਂ ਨਿਕਲਦੇ, ਉਵੇਂ ਹੀ ਬੈਠੇ ਰਹਿੰਦੇ ਆਦਤਾਂ ਵਿੱਚ। ਸ਼ਰਧਾ ਹੈ, ਗਿਆਨ ਨਹੀਂ ਆਖੋ ਵਾਹਿਗੁਰੂ। ਉਹ ਸ਼ਰਧਾ ਜਿਉਂ-ਜਿਉਂ ਵੱਧਦੀ ਹੈ ਨਾ, ਅੰਨੀ ਸ਼ਰਧਾ ਬਣ ਜਾਂਦੀ ਹੈ, ਕਰਮਕਾਂਡ ਵਿੱਚ ਉਲਝਾ ਲੈਂਦੀ ਹੈ। ਦੂਸਰਾ ਹੈ ਗਿਆਨ। ਗਿਆਨ ਨੂੰ ਅਗਰ ਸ਼ਰਧਾ ਨਹੀਂ ਮਿਲੇਗੀ, ਸ਼ਰਧਾ ਨੂੰ ਗਿਆਨ ਨਹੀਂ ਮਿਲਿਆ ਤੇ ਕਰਮਕਾਂਡੀ ਬਣ ਗਏ। ਅਗਰ ਗਿਆਨ ਨੂੰ ਸ਼ਰਧਾ ਨਹੀਂ ਮਿਲੀ ਤੇ ਗਿਆਨ ਕੋਰਾ ਹੋ ਜਾਂਦਾ ਹੈ, ਰੁੱਖਾ ਹੋ ਜਾਂਦਾ ਹੈ। ਉਹ ਗਿਆਨ ਦੁਨੀਆ ਤੇ ਪਿਆਰ ਕਰਨ ਦੀ ਬਜਾਏ, ਪਿਆਰ ਦੀਆਂ ਤਰੰਗਾਂ ਵਧਾਉਣ ਦੀ ਬਜਾਏ ਨਫ਼ਰਤ ਦੀਆਂ ਤਰੰਗਾਂ ਵਧਾ ਦਿੰਦਾ ਹੈ। ਸ਼ਰਧਾ ਤੋਂ ਸਖਣਾ ਗਿਆਨ ਧੜੇਬੰਦੀਆਂ ਮਿਟਾ ਕੇ ਏਕਤਾ ਵਾਲਾ ਮਾਹੌਲ ਸਿਰਜਣ ਦੀ ਬਜਾਏ ਧੜੇਬੰਦੀਆਂ ਨੂੰ ਹੋਰ ਵਧਾ ਦਿੰਦਾ। ਆਖੋ ਵਾਹਿਗੁਰੂ। ਘਰ ਵਿੱਚ ਵੀ, ਸਮਾਜ ਵਿੱਚ ਵੀ, ਕੌਮ ਵਿੱਚ ਵੀ, ਦੇਸ਼ ਵਿੱਚ ਵੀ, ਦੁਨੀਆ ਵਿੱਚ ਵੀ। ਮੇਰੇ ਗੁਰੂ ਪਾਤਸ਼ਾਹ ਨੇ ਕਮਾਲ ਕਰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ 8 ਵਾਰੀ ਗਿਆਨ ਧਿਆਨ ਸ਼ਬਦ ਇਕੱਠਾ ਆਇਆ। ਧਿਆਨ ਸ਼ਰਧਾ ਵੱਲ ਨੂੰ ਇਸ਼ਾਰਾ ਹੈ। ਸ਼ਰਧਾ ਵਿਸ਼ਵਾਸ ਹੋਵੇ ਪਰ ਗੁਰੂ ਦੇ ਉਪਦੇਸ਼। ਇਸ ਲਈ ਯਾਦ ਰੱਖਿਓ, ਸ਼ਰਧਾ ਨੇ ਧਿਆਨ ਰੂਪੀ ਨਾਮ ਨਾਲ ਜੋੜਨਾ ਹੈ, ਰੱਬ ਦੇ ਸਿਮਰਨ ਦੇ ਨਾਲ ਜੋੜਨਾ, ਮਿੱਠੀ ਮਿੱਠੀ ਯਾਦ। ਵਾਹਿਗੁਰੂ ਜੀ ਦਾ ਸ਼ੁਕਰਾਨਾ, ਵਾਹਿਗੁਰੂ ਜੀ ਦੀ ਪੈ ਪਾਵ। ਪਰ ਜੇ ਧਿਆਨ ਦੇ ਕੋਲ ਗਿਆਨ ਨਾ ਹੋਇਆ, ਫਿਰ ਉਹ ਕੇਵਲ ਕਰਮਕਾਂਡ ਨਾਲ ਜੋੜ ਜਾਏਗਾ। ਉਹਦਾ ਜ਼ਿਕਰ ਅਗਲੇ ਸ਼ਬਦਾਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਮਾਲ ਦਾ ਨਿਖਾਰਨਗੇ। ਇਸ ਲਈ ਗਿਆਨ ਦੇ ਕੋਲ ਸ਼ਰਧਾ ਵੀ ਹੋਵੇ, ਸ਼ਰਧਾ ਕੋਲ ਗਿਆਨ ਵੀ ਹੋਵੇ। ਇਹਦੇ ਲਈ ਸਮਝ ਲੈਣਾ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੋਨੋਂ ਚਾਹੀਦੇ ਨੇ। ਆਖੋ ਵਾਹਿਗੁਰੂ। ਆਪਣੇ ਅੰਦਰ ਸਿਦਕ, ਸ਼ਰਧਾ, ਵਿਸ਼ਵਾਸ ਕਰਨੀ ਹੁੰਦਾ ਹੈ। ਪ੍ਰੈਕਟੀਕਲ ਜੀਵਨ, ਆਚਰਣ, ਜੀਵਨ ਦੇ ਕਰਮ। ਤੇਰੇ ਜੀਵਨ ਸ਼ਰਧਾ ਦੇ ਵਿੱਚੋਂ, ਵਿਸ਼ਵਾਸ ਦੇ ਵਿੱਚੋਂ, ਸਿਦਕ ਵਿੱਚੋਂ ਨਿਕਲਣ, ਉਹਦੇ ਲਈ ਗੁਰੂ ਦੇ ਉਪਦੇਸ਼, ਗਿਆਨ ਰੂਪੀ ਨਾਮ, ਮੇਰੇ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਨੇ ਤੈਨੂੰ ਦਿਸ਼ਾ ਦੇਣੀ ਹੈ। ਜਿਉਣਾ ਕਿਵੇਂ ਹੈ, ਤੇਰਾ ਸੁਭਾਅ ਕੈਸਾ ਹੋਵੇ, ਤੇਰੀ ਸੋਚ ਕੈਸੀ ਹੋਵੇ। ਗੁਰ ਸਰੂਪ ਦੇ ਦੀਦਾਰ ਕਰਦਿਆਂ ਤੇਰੇ ਅੰਦਰ ਪਿਆਰ ਜਾਗ ਪਵੇ। ਮੈਂ ਗੁਰੂ ਕੀ ਕਹਿੰਦੇ ਨੇ ਜਾਣਨਾ ਇਸ ਨੂੰ, ਮੈਂ ਜਾਣਨਾ ਇਸ ਨੂੰ, ਗੁਰੂ ਸਾਹਿਬ ਕੀ ਕਹਿ ਰਹੇ ਨੇ। ਉਹ ਜੋ ਆਵਾਜ਼ ਹੈ ਗੁਰੂ ਸਾਹਿਬ ਦੀ, ਉਹ ਰੱਬ ਦੀ ਆਵਾਜ਼ ਹੈ। ਉਹਨੂੰ ਨਿਰੰਕਾਰ ਕਿਹਾ। ਬਾਣੀ ਵਾਹ ਵਾਹ, ਬਾਣੀ ਨਿਰੰਕਾਰ ਹੈ। ਉਹ ਸਤਿਗੁਰ ਸਰੂਪ ਹੈ ਗੁਰੂ ਸਾਹਿਬ ਦਾ।
ਉਹਨੇ ਦਿਸ਼ਾ ਦੇਣੀ ਹੈ ਤੈਨੂੰ, ਜਿਹੜੀ ਤੂੰ ਸਵੇਰ ਵੇਲੇ ਭਗਤੀ ਕਰ ਰਿਹਾ, ਜਪ ਕਰ ਰਿਹਾ, ਜਾਪ ਕਰ ਰਿਹਾ, ਸਿਮਰਨ ਕਰ ਰਿਹਾ। ਦੇਖੀ ਕਿਤੇ ਦਿਨ ਵੇਲੇ ਕਿਸੇ ਵਰਤਾਰੇ ਨੂੰ ਦੇਖ ਕੇ ਮਨ ਵਿਚਲਿਤ ਹੋ ਗਿਆ ਤੇ ਤੇਰੇ ਅੰਦਰ ਨਫ਼ਰਤ ਨਾ ਪੈਦਾ ਹੋ ਜਾਵੇ। ਦੇਖੀ ਕਿਤੇ ਤੈਨੂੰ ਦੂਸਰੇ ਸਾਰੇ ਘਟੀਆ ਨਾ ਦਿਸਣ ਲੱਗ ਜਾਣ। ਦੇਖੀ ਕਿਤੇ ਤੈਨੂੰ ਇਦਾਂ ਨਾ ਲੱਗ ਜਾਵੇ ਕਿ ਜਿੱਦਾਂ ਮੈਂ ਭਗਤੀ ਕਰਦਾ ਇਹ ਤੋਂ ਬਿਨਾਂ ਜੇ ਕੋਈ ਹੋਰ ਤਰੀਕੇ ਨਾਲ ਭਗਤੀ ਕਰ ਰਿਹਾ ਤੇ ਉਹਨੂੰ ਭਗਤੀ ਨਹੀਂ ਕਰਨੀ ਆਉਂਦੀ। ਤੂੰ ਤਾਂ ਪੜ੍ਹਦਾ ਸੀ ਅਸੰਖ ਜਪ, ਅਸੰਖ ਭਾਵ ਅਣਗਿਣਤ ਨੇ। ਤੂੰ ਤਾਂ ਪੜ੍ਹਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਤੂੰ ਤਾਂ ਪੜ੍ਹਦਾ ਸੀ ਰਾਮ ਰਾਮ ਕਰਤਾ ਸਭ ਜਗ ਭਇਆ, ਰਾਮ ਨਾ ਪਾਇਆ ਜਾਏ। ਇਹ ਗਿਆਨ ਰੂਪੀ ਨਾਮ ਨੇ ਤੇਰੇ ਸ਼ਰਧਾ ਨੂੰ ਦਿਸ਼ਾ ਦੇਣੀ ਹੈ। ਆਖੋ ਵਾਹਿਗੁਰੂ। ਜਿਉਣਾ ਕਿਵੇਂ ਹੈ, ਸੁਭਾਅ ਕੈਸਾ ਹੋਣਾ ਚਾਹੀਦਾ, ਸੋਚ ਕੈਸੀ ਹੋਣੀ ਚਾਹੀਦੀ, ਵਿਚਾਰਧਾਰਾ ਕੈਸੀ ਹੋਣੀ ਚਾਹੀਦੀ ਹੈ, ਭਾਵਨਾ ਕੈਸੀ ਹੋਣੀ ਚਾਹੀਦੀ ਹੈ, ਵਰਤਨ ਵਿਵਹਾਰ ਕੈਸਾ ਹੋਣਾ ਚਾਹੀਦਾ ਹੈ। ਇਹ ਤੇਰੀ ਜ਼ਿੰਦਗੀ ਦਾ ਅਸਲੀ ਖਜ਼ਾਨਾ ਹੈ। ਖਰਚ ਬੰਦ ਹੋ, ਲਾਗ ਰਹੋ ਨਾਮੇ ਰਹਾਓ, ਸੈਂਟਰਲ ਆਈਡੀਆ ਸ਼ਬਦ ਦਾ। ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਨਾਲ ਐਸਾ ਪਿਆਰ ਪਾ, ਐਸਾ ਪਿਆਰ ਪਾ, ਜੁੜਿਆ ਰਹਿ। ਆਖੋ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ। ਜੋਗੀ ਭਗਤੀ ਤਾਂ ਬੜੀ ਕਰਦੇ ਸੀ। ਉਹਨਾਂ ਦੀ ਭਗਤੀ ਵਿੱਚ ਕਹਿੰਦੇ ਨੇ ਇਕਾਗਰਤਾ ਬੜੀ ਸੀ। ਜਿੰਨੀ ਉਹਨਾਂ ਦੀ ਇਕਾਗਰਤਾ ਸੀ ਸ਼ਾਇਦ ਸਾਡੇ ਚੋਂ ਕਿਸੇ ਦੀ ਵੀ ਨਹੀਂ। ਫਿਰ ਉਹ ਕਹਿੰਦੇ ਸੀ ਨਾਦ ਵੱਜਦੇ ਨੇ ਅੰਦਰ, ਪੰਜ ਸਾਜ਼ ਵੱਜਦੇ ਨੇ, ਰਿਧੀਆਂ ਸਿਧੀਆਂ ਨੇ, ਪਰ इतनी एकाग्रता, इतनी भगती, इतना तप, इतने अंदर नाद बजन ਦੀਆਂ ਗੱਲਾਂ। ਪਰ ਕਹਿੰਦੇ ਸੀ ਆ ਟਿਕਾਣਾ ਸਾਡਾ ਹੈ, ਗੋਰਖ ਮੱਤਾ ਹੈ, ਇੱਥੇ ਨਾਨਕ ਜੀ ਕਿਉਂ ਆ ਗਏ। ਅੰਦਰ ਕਬਜ਼ਾ ਭਾਵਨਾ ਸੀ। ਆਖੋ ਵਾਹਿਗੁਰੂ। ਭਗਤੀ ਕਰਨ ਵਾਲੇ ਦੇ ਅੰਦਰ ਜੇ ਕਬਜ਼ਾ ਭਾਵਨਾ ਨਾ, ਇਹ ਮੇਰਾ ਇਹ ਦੂਸਰੇ ਕੋਲ ਕਿਉਂ ਜਾ ਰਿਹਾ, ਜਿਹਨੂੰ ਮੈਂ ਕਹਾਂ ਉਸੇ ਕੋਲੇ ਜਾਵੇ। ਹਲੇ ਅੰਦਰ ਗਿਆਨ ਰੂਪੀ ਨਾਮ ਨਹੀਂ ਆਇਆ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਮੁੱਲਾ ਮੌਲਵੀ, ਜੇ ਉਹ ਕਹਿੰਦਾ ਇਸ ਮਸੀਤ ਤੇ ਮੇਰਾ ਹੀ ਕਬਜ਼ਾ ਹੈ, ਹੋਰ ਦਾ ਨਾ ਹੋਵੇ, ਉਹ ਕਬਜ਼ੇ ਦੀ ਭਾਵਨਾ ਸੁਭਾਅ ਵਿੱਚ ਕਮਜ਼ੋਰੀ ਬਣ ਗਈ। ਆਖੋ ਵਾਹਿਗੁਰੂ। ਜੇ ਜੋਗੀ ਆਪਣੇ ਆਸਣ, ਆਪਣੇ ਮੱਠ, ਉਹਦੇ ਤੇ ਕਬਜ਼ੇ ਦੀ ਭਾਵਨਾ ਬਣਾ ਬੈਠਾ, ਉਹਦੀ ਕਮਜ਼ੋਰੀ ਬਣ ਗਈ। ਜੇ ਮੌਲਵੀ ਬਣਾ ਬੈਠਾ, ਉਹਦੀ ਕਮਜ਼ੋਰੀ ਬਣ ਗਈ। ਜੇ ਅਸੀਂ ਵੀ ਕਿਸੇ ਡੇਰੇ, ਕਿਸੇ ਸੰਪਰਦਾ, ਕਿਸੇ ਉਸ ਤੇ ਐਸਾ ਕਬਜ਼ਾ ਕਰਾਂਗੇ ਇਹਦੇ ਤੇ ਹੋਰ ਕੋਈ ਨਾ ਆਵੇ, ਜਿਹਨੂੰ ਮੈਂ ਕਹਾਂ ਉਹੀ ਬੈਠੇ, ਤਾਂ ਇਹ ਕਬਜ਼ੇ ਦੀ ਭਾਵਨਾ ਲੜਾਈਆਂ ਪੈਦਾ ਕਰਾ ਦਿੰਦੀ ਹੈ। ਇੱਕ ਦੂਸਰੇ ਦੇ ਪੱਗਾਂ ਉਛਾਲ ਦਿੰਦੀ ਹੈ। ਇਹ ਕਬਜ਼ੇ ਦੀ ਭਾਵਨਾ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ, ਭਰਾ ਮਾਰੂ ਜੰਗ ਪੈਦਾ ਕਰ ਦਿੰਦੀ ਹੈ ਤੇ ਕਤਲ ਵੀ ਹੋ ਜਾਂਦੇ ਨੇ। ਆਖੋ ਤੀਸਰੀ ਉਦਾਹਰਣ, ਪੰਡਿਤ ਵਖਾਣਾ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਪਹਿਲੀ ਜਿਹੜੀਆਂ ਉਦਾਹਰਣਾਂ ਸੀ ਜੋਗੀ ਮੁੱਲਾਂ ਦੀਆਂ, ਉਹ ਸੀ ਧਿਆਨ ਰੂਪੀ ਨਾਮ ਦੇ ਵਿੱਚ ਕਰਦਾ ਸੀ, ਪਰ ਗਿਆਨ ਰੂਪੀ ਨਾਮ ਦੇ ਕਾਰਨ ਸੁਭਾਅ ਨੂੰ ਨਾ ਪਰਖ ਸਕਣ ਕਰਕੇ ਕਬਜ਼ੇ ਦੀ ਭਾਵਨਾ। ਇੱਧਰ ਗਿਆਨ ਤਾਂ ਹੈ, ਪੰਡਿਤ ਵਿਖਾਣਾ ਪੋਥੀਆਂ, ਵਿਦਵਾਨ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਦੇ, ਸਿੱਧ ਲੋਕ ਉੱਥੇ ਦੇਵ ਸਥਾਨ, ਦੇਵਤਿਆਂ ਦੇ ਸਥਾਨਾਂ ਤੇ ਆਪਣਾ ਕਬਜ਼ਾ ਬਣਾਉਣਾ। ਜਿਹੜੀ ਕਬਜ਼ੇ ਦੀ ਭਾਵਨਾ ਨਾ, ਆ ਮੇਰਾ ਹੈ, ਉਸੇ ਨੂੰ ਵਧਾਉਣਾ, ਹੋਰ ਕਿਸੇ ਬਾਰੇ ਫਿਕਰ ਨਾ ਕਰਨਾ, ਇੱਥੇ ਕੋਈ ਹੋਰ ਨਾ ਆ ਜਾਵੇ। ਇਹ ਕਬਜ਼ੇ ਦੀ ਭਾਵਨਾ ਹੀ ਹਉਮੈ ਵਿੱਚੋਂ ਨਿਕਲਦੀ ਹੈ। ਆਖੋ ਵਾਹਿਗੁਰੂ। ਇਸੇ ਨੇ ਮੇਰ ਤੇਰ ਪੈਦਾ ਕਰਨੀ ਹੈ ਔਰ ਕਰਦੀ ਹੈ। ਫਿਰ ਉਹ ਕੀਤੇ ਹੋਏ ਵਖਿਆਨ, ਕੀਤੀ ਹੋਈ ਭਗਤੀ ਸੁਭਾਅ ਤੇ ਸੋਚ ਤੇ ਲਾਗੂ ਨਹੀਂ ਹੋਈ। ਆਖੋ ਵਾਹਿਗੁਰੂ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਸ਼ੇਖ ਪੀਰ ਸਲਾਰ। ਸੁਰ ਦੇਵਤੇ, ਸਿੱਧ ਸਾਧੂ ਲੋਕ, ਗੰਧਰਵ ਗਵਈਏ ਉਹਨਾਂ ਦੇ, ਗਣ ਸ਼ਿਵ ਜੀ ਦੇ ਉਪਾਸ਼ਕ, ਮੁਨੀ ਲੋਕ, ਸ਼ੇਖ, ਪੀਰ,
ਸਲਾਰ ਆਗੂ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ। ਇਹ ਵੱਡੇ ਵੱਡੇ ਪਿਆਰਿਓ ਆਏ ਸੰਸਾਰ ਤੋਂ ਚਲੇ ਗਏ, ਕੂਚ ਕਰ ਗਏ। ਹੋਰ ਵੀ ਜੋ ਆਏ ਆ ਸਭ ਨੇ ਚਲੇ ਜਾਣਾ। ਜੇ ਚਲੇ ਜਾਣਾ ਫਿਰ ਕਬਜ਼ਾ ਭਾਵਨਾ ਕਿਸ ਗੱਲ ਦੀ? ਜਿੱਥੇ ਕਬਜ਼ਾ ਭਾਵਨਾ ਹੁੰਦੀ ਹੈ ਨਾ, ਇੱਥੇ ਕੋਈ ਹੋਰ ਨਾ ਆਵੇ, ਮੇਰੇ ਕੋਲੇ ਰਹੇ, ਉੱਥੇ ਲੜਾਈਆਂ ਪੈਦਾ ਹੁੰਦੀਆਂ ਨੇ। ਧੰਨ ਧੰਨ ਸਤਿਗੁਰੂ ਗੁਰੂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਦਿਖਾ ਦਿੱਤਾ ਹੈ ਕਬਜ਼ਾ ਭਾਵਨਾ ਤੋਂ ਉੱਪਰ ਦੀ ਸੋਚ। ਮੁੜ ਕੇ ਮਾਲਵੇ 'ਚ ਰਹੇ ਨੇ, ਦਮਦਮਾ ਸਾਹਿਬ ਰਹੇ ਨੇ, ਦਿੱਲੀ ਗਏ ਨੇ। ਬਹਾਦਰ ਸ਼ਾਹ ਕਹਿੰਦਾ ਜਿਵੇਂ ਤੁਸੀਂ ਕਹੋਗੇ ਉਵੇਂ ਹੋ ਜਾਏਗਾ। ਸਤਿਗੁਰੂ ਦੁਬਾਰੇ ਅਨੰਦਪੁਰ ਸਾਹਿਬ ਨਹੀਂ ਗਏ। ਕਬਜ਼ੇ ਦੀ ਭਾਵਨਾ ਲੜਾਈਆਂ ਛੇੜ ਦੇਗੀ। ਦੂਸਰੇ ਪਾਸੇ ਸੋਚਣਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 5 ਸਾਲ ਦੀ ਉਮਰ ਦੇ ਵਿੱਚ ਪਟਨਾ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਬੁਲਾਉਂਦੇ ਨੇ, ਅਨੰਦਪੁਰ ਸਾਹਿਬ ਆਉਂਦੇ ਨੇ। ਅਨੰਦਪੁਰ ਸਾਹਿਬ ਕੌਤਕ ਕਰਦੇ ਨੇ ਜ਼ਿੰਦਗੀ ਦੇ, ਉੱਥੇ ਜੰਗਾਂ ਲੜਦੇ ਨੇ, ਕਿਲੇ ਬਣਾਉਂਦੇ ਨੇ, ਸਾਰੇ ਮਾਲਵੇ 'ਚ ਫਿਰਦੇ ਨੇ। ਦੁਆਬੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਿਚਰਦੇ ਨੇ। ਸਾਰੀ ਜ਼ਿੰਦਗੀ ਅੰਮ੍ਰਿਤਸਰ ਸਾਹਿਬ ਨਹੀਂ ਜਾਂਦੇ। ਕਿਉਂ? ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪਣੇ ਹੀ ਸ਼ਰੀਕੇ ਵਿੱਚੋਂ ਧੀਰ ਮੱਲੀਏ ਕਬਜ਼ਾ ਕਰੀ ਬੈਠੇ ਨੇ। ਐਸਾ ਕਬਜ਼ਾ ਕਰੀ ਬੈਠੇ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਏ ਸੀ, ਉਹਨਾਂ ਦਰਵਾਜ਼ੇ ਬੰਦ ਕਰ ਲਏ ਸੀ, ਅੰਦਰ ਨਹੀਂ ਸੀ ਜਾਣ ਦਿੱਤਾ। ਕਬਜ਼ੇ ਦੀ ਭਾਵਨਾ ਵਾਲਾ ਹੋਰ ਵਿਚਾਰਧਾਰਾ ਨੂੰ, ਜਿਹੜੀ ਉਹਦੇ ਵਿਚਾਰਧਾਰਾ ਦੇ ਉਲਟ ਹੁੰਦੀ ਹੈ, ਉਹਨੂੰ ਹਮੇਸ਼ਾ ਖਤਰਾ ਸਮਝਦਾ ਹੈ। ਤੇ ਜੇ ਦੋਨਾਂ ਦੇ ਅੰਦਰ ਕਬਜ਼ੇ ਦੀ ਭਾਵਨਾ ਆ ਜਾਵੇ, ਉਹ ਕਵੇ ਮੈਂ ਕਬਜ਼ਾ ਕਰਨਾ, ਉਹ ਕਵੇ ਮੈਂ ਕਬਜ਼ਾ ਕਰਨਾ, ਤੇ ਫਿਰ ਤਾਂ ਸਿਰ ਪਾਟਣਗੇ, ਆਖੋ ਲੜਾਈਆਂ ਹੋਣੀਆਂ। ਜੇ ਚਲੇ ਹੀ ਜਾਣਾ ਹੈ ਫਿਰ ਕਬਜ਼ੇ ਦੀ ਭਾਵਨਾ ਕਿਉਂ? ਇਹ ਤਾਂ ਇਸ ਰਸ ਵਿੱਚ ਜਿਉਣ ਦਾ ਆਨੰਦ ਹੈ। ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਚੀਜ਼ ਹੋਰ ਦਿਖਾ ਦਿੱਤੀ। ਅੰਮ੍ਰਿਤਸਰ ਸਾਹਿਬ ਵਿੱਚ ਆਪਣੇ ਹੀ ਧੀਰ ਮੱਲੇ ਵਰਗਿਆਂ ਨੇ ਕਬਜ਼ਾ ਕੀਤਾ, ਆਪਣੀਆਂ ਮਨਮਾਨੀਆਂ ਕੀਤੀਆਂ, ਗੁਰਮਤ ਦੇ ਉਲਟ ਕਰਮ ਕਾਂਡ ਕੀਤੇ, ਸਰਕਾਰਾਂ ਨਾਲ ਮੇਲ ਮਿਲਾਪ ਬਣਾ ਕੇ ਆਪਣੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਰੀਕੇ ਵਿੱਚੋਂ ਸਨ ਤੇ ਗੁਰੂ ਦੇ ਘਰ ਨਾਲ ਵਿਰੋਧ ਕੀਤਾ ਤੇ ਕਰਵਾਇਆ, ਚਾਲਾਂ ਖੇਡੀਆਂ। ਅੱਜ ਵੀ ਐਸੀਆਂ ਚੱਲ ਰਹੀਆਂ ਨੇ, ਅਣਗਿਣਤ ਲੀਡਰ ਨੇ ਜਿਹੜੇ ਐਸੀਆਂ ਚਾਲਾਂ ਖੇਡਦੇ ਨੇ। ਦੂਸਰੇ ਪਾਸੇ ਅਨੰਦਪੁਰ ਸਾਹਿਬ ਦੇ ਵਿੱਚ ਮੌਕੇ ਦੀ ਹਕੂਮਤ ਕਬਜ਼ਾ ਕਰਦੀ ਹੈ, ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡਦੇ ਨੇ। ਦੋਨਾਂ ਧਿਰਾਂ ਨੂੰ ਇੱਕ ਚੀਜ਼ ਦਿਖਾ ਦਿੱਤੀ, ਇੱਕ ਧਿਰ ਪਦਵੀ ਦੇ ਹੰਕਾਰ ਵਾਲੀ, ਇੱਕ ਧਿਰ ਕੱਲੀ ਕਰਮਕਾਂਡੀ ਭਗਤੀ ਦੇ ਹੰਕਾਰ ਵਾਲੀ, ਜਿਨ੍ਹਾਂ ਦੇ ਸੁਭਾਅ ਸੋਚ ਵਿੱਚ ਕਮਜ਼ੋਰੀਆਂ ਸੀ। ਦੋਨਾਂ ਨੂੰ ਗੁਰੂ ਪਾਤਸ਼ਾਹ ਨੇ ਦਿਖਾ ਦਿੱਤਾ, ਇਹ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ, ਤੁਹਾਡਾ ਕਬਜ਼ਾ ਰਵੇ। ਤੁਹਾਡੇ ਕਬਜ਼ੇ ਤੋਂ ਇਲਾਵਾ ਵੀ ਰੱਬੀ ਮਿਸ਼ਨ ਤੇ ਲੋਕਾਂ ਦੇ ਭਲੇ ਲਈ ਸਭ ਕੁਝ ਕੀਤਾ ਜਾ ਸਕਦਾ, ਗੁਰੂ ਸਾਹਿਬ ਨੇ ਕਰਕੇ ਦਿਖਾ ਦਿੱਤਾ। ਅੰਮ੍ਰਿਤਸਰ ਸਾਹਿਬ ਸਾਰੀ ਜ਼ਿੰਦਗੀ ਗਏ ਨਹੀਂ, ਫਿਰ ਵੀ ਸਿੱਖੀ ਪ੍ਰਚਾਰ, ਸਿੱਖਾਂ ਅੰਦਰ ਜਜ਼ਬਾ, ਸਭ ਕੁਝ ਕਰਕੇ ਦਿਖਾਇਆ। ਅਨੰਦਪੁਰ ਸਾਹਿਬ ਛੱਡਿਆ, ਦੁਬਾਰਾ ਨਹੀਂ ਗਏ, ਫਿਰ ਵੀ ਆਨੰਦਾਂ ਦੀ ਪੂਰੀ ਹਰ ਸਿੱਖ ਦੇ ਹਿਰਦੇ ਵਿੱਚ ਵਸਾ ਦਿੱਤੀ, ਆਖੋ ਵਾਹਿਗੁਰੂ। ਕਬਜ਼ੇ ਦੀ ਭਾਵਨਾ ਮਨੁੱਖ ਨੂੰ ਉੱਪਰ ਨਹੀਂ ਉੱਠਣ ਦਿੰਦੀ। ਪਦਵੀਆਂ ਵਾਲੇ ਲੋਕ ਕਬਜ਼ੇ ਦੀ ਭਾਵਨਾ ਦੇ ਨਾਲ ਸੰਸਥਾਵਾਂ ਦੇ ਸਿਧਾਂਤਿਕ ਖਿਲਵਾੜ ਕਰ ਦਿੰਦੇ ਨੇ, ਸੰਸਥਾਵਾਂ ਨਾਲ ਖਿਲਵਾੜ ਹੋ ਜਾਂਦਾ ਹੈ, ਸੰਸਥਾਵਾਂ ਦੇ ਮਿਸ਼ਨ ਭਟਕ ਜਾਂਦੇ ਨੇ। ਸੁਲਤਾਨ ਖਾਨ ਮਲੂਕ ਉਮਰੇ ਗਏ, ਕਰ ਕਰ ਕੂਚ। ਸੁਲਤਾਨ ਬਾਦਸ਼ਾਹ, ਖਾਨ ਧਾਰਮਿਕ ਰਹਿਬਰ, ਮਲੂਕ ਅਮੀਰ ਲੋਕ, ਉਮਰੇ ਵਜ਼ੀਰ, ਉਹਨਾਂ ਦੇ ਸਲਾਹਕਾਰ ਵੱਡੇ ਵੱਡੇ ਆਏ, ਇੱਥੋਂ ਚਲੇ ਗਏ। ਘੜੀ ਮਹੱਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁੰਚ। ਇਹ ਮੌਤ ਕਦੋਂ ਆ ਜਾਵੇ, ਇੱਕ ਘੜੀ ਇੱਕ ਪਲ ਦਾ ਭਰੋਸਾ ਨਹੀਂ। ਇਹ ਸੱਚ ਹੈ, ਇੱਥੋਂ ਚੱਲਣਾ ਹੈ। ਐ ਦਿਲ, ਐ ਮਨ, ਸਮਝ ਤੂੰ, ਸਮਝ।
ਤੂੰ ਵੀ ਪਹੁੰਚ ਬਣਾ ਆਪਣੇ ਗੁਰੂ ਦੇ ਉਪਦੇਸ਼ ਤੱਕ, ਇਸ ਸਮਝ ਤੱਕ ਪਹੁੰਚ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਰਸ ਵਿੱਚ ਇਸ ਪਹੁੰਚ ਸਮਝ ਤੱਕ ਪਹੁੰਚ ਕਿ ਇਹ ਜਾਣਾ ਹੈ ਜੀਵਨ ਦੀ ਵੈਲਿਊ ਹੈ, ਪਰਉਪਕਾਰ ਕਰਨੇ ਨੇ ਜੀਵਨ ਸਫਲ ਵੀ ਕਰਨਾ ਹੈ। ਸ਼ਬਦਾਂ ਮਾਹ ਬਖਾਣੀਐ, ਵਿਰਲਾ ਤਾਂ ਬੂਝੈ ਕੋਇ। ਸ਼ਬਦਾਂ ਨਾਲ, ਬੋਲਾਂ ਨਾਲ ਤਾਂ ਹਰ ਕੋਈ ਕਹੀ ਜਾਂਦਾ ਹੈ, ਜਾਣਾ ਹੈ ਜੀ, ਇੱਥੋਂ ਚਲੇ ਜਾਣਾ ਜੀ, ਚਲੇ ਜਾਣਾ ਜੀ। ਜੇ ਚਲੇ ਜਾਣਾ ਫਿਰ ਨਫ਼ਰਤ ਕਿਉਂ, ਨਿੰਦਾ ਚੁਗਲੀ ਦੇ ਰਾਸ ਕਿਉਂ? ਚਲੇ ਜਾਣਾ ਤੇ ਫਿਰ ਸਿੱਖ ਦੇ ਗਿੱਟੇ ਕਿਉਂ ਖਿੱਚ ਰਿਹਾ? ਚਲੇ ਜਾਣਾ ਤੇ ਆਪਣਿਆਂ ਦੇ ਰਾਹ ਵਿੱਚ ਰੁਕਾਵਟਾਂ ਕਿਉਂ ਖੜੀਆਂ ਕਰ ਰਹੇ? ਅੱਜ ਬੱਚਿਆਂ ਦੇ ਲਈ, ਅੱਜ ਕੌਮ ਦੇ ਭਲੇ ਲਈ ਕੁਝ ਕਰਨਾ ਹੋਵੇ, ਆਪਣੇ ਹੀ ਰਾਹ ਵਿੱਚ ਰੁਕਾਵਟਾਂ ਖੜੀਆਂ ਕਰ ਦੇਣਗੇ। ਇਹਨੂੰ ਤਾਂ ਹਰ ਕੋਈ ਕਹੀ ਜਾਂਦਾ ਚਲੇ ਜਾਣਾ, ਪਰ ਵਿਰਲੇ ਨੇ ਜਿਹੜੇ ਬੁੱਝਦੇ ਨੇ ਇਸ ਜੀਵਨ ਦੀ ਵੈਲਿਊ ਹੈ। ਨਾਨਕ ਵਖਾਣਾ ਬੇਨਤੀ, ਜਲ ਥਲ ਮਹੀਅਲ ਸੋਏ। ਇਹ ਨਾਨਕ ਜੀ ਬੇਨਤੀ ਕਰਦੇ ਨੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜਲ ਥਲ ਮਹੀਅਲ, ਜਲ ਸਮੁੰਦਰ, ਥਲ ਧਰਤੀ, ਮਹੀਅਲ ਆਕਾਸ਼, ਅਪਲਾੜ, ਇਹ 3 ਸ਼ਬਦ ਵਰਤਨੇ ਨੇ। ਸਿਧਾਂਤਕ ਸ਼ਬਦ ਹੈ, ਯਾਨੀ ਹਰ ਥਾਂ ਤੇ ਵਾਹਿਗੁਰੂ ਜੀ ਦਾ ਨਿਜ਼ਮ ਹੈ, ਵਾਹਿਗੁਰੂ ਜੀ ਦੀਆਂ ਸ਼ਕਤੀਆਂ ਨੇ, ਵਾਹਿਗੁਰੂ ਜੀ ਦੇ ਗੁਣ ਨੇ, ਉਹਦਾ ਗਿਆਨ ਰੂਪੀ ਨਾਮ ਦਾ ਵਰਤਾਰਾ ਚੱਲਦਾ ਹੈ, ਧਿਆਨ ਰੂਪੀ ਨਾਮ ਦਾ ਰਸ ਹਰ ਥਾਂ ਤੇ ਅੰਮ੍ਰਿਤਮਈ ਵਾਰਿਸ਼ ਕਰ ਰਿਹਾ ਹੈ। ਤੂੰ ਆਨੰਦ ਮਾਨਣਾ ਸਿੱਖ ਆਪਣੇ ਗੁਰੂ ਤੋਂ। ਅੱਲਾਹ ਅਲਖ ਅਗੰਮ, ਕਾਦਰ ਕਰਨਹਾਰ ਕਰੀਮ। ਅੱਲਾਹ ਸੁਪਰੀਮ ਪਾਵਰ, ਆਲਮਾਈਟੀ, ਵਾਹਿਗੁਰੂ ਜੀ ਅਲਖ, ਜਿਹਨੂੰ ਕੋਈ ਪੂਰਨ ਜਾਣ ਨਹੀਂ ਸਕਦਾ, ਅਗੰਮ, ਜਿਹਦੇ ਤੱਕ ਪੂਰਨ ਪਹੁੰਚ ਨਹੀਂ ਹੋ ਸਕਦੀ, ਕਾਦਰ, ਕੁਦਰਤ ਨੂੰ ਰਚਣ ਵਾਲਾ ਕਰਤਾਰ, ਕਰਨਹਾਰ, ਜਿਹਨੇ ਸਾਰੀਆਂ ਵਿਧੀਆਂ ਬਣਾਈਆਂ ਨੇ, ਨਿਜ਼ਮ ਬਣਾਇਆ, ਕਰੀਮ, ਰਹਿਮਤਾਂ ਕਰਦੇ ਨੇ, ਬਖਸ਼ਿਸ਼ ਕਰਨ ਵਾਲੇ। ਸਭ ਦੁਨੀਆ ਬਣ ਜਾਵਣੀ, ਮਕਾਮ ਏਕ ਰਹੀਮ। ਇਹ ਦੁਨੀਆ ਆਵਣੀ ਜਾਵਣੀ ਹੈ, ਅਸਲੀ ਟਿਕਾਣਾ ਰਹਿਮਤਾਂ ਦੇ ਸਮੁੰਦਰ, ਵਾਹਿਗੁਰੂ ਜੀ ਦੀ ਯਾਦ, ਵਾਹਿਗੁਰੂ ਜੀ ਦਾ ਭੈ, ਵਾਹਿਗੁਰੂ ਜੀ ਦਾ ਸ਼ੁਕਰਾਨਾ ਤੇ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼, ਗੁਰੂ ਦੀ ਬਾਣੀ। ਨਿਵ ਦਿਨ ਰਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲਖ ਪਲੋਏ। ਇਹ ਚੰਦਰਮਾ, ਸੂਰਜ, ਤਾਰੇ, ਗਲੈਕਸੀਜ਼, ਯੂਨੀਵਰਸ, ਦਿਨ, ਸਾਰਿਆਂ ਨੇ ਚਲੇ ਜਾਣਾ, ਘਟਦੇ ਨੇ, ਮਿਟ ਜਾਣਾ। ਸਦੀਵੀ ਵਾਹਿਗੁਰੂ ਜੀ ਹੈ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਨਾਨਕ ਜੀ ਸੱਚ ਬਗੋਏ ਹੁੰਦਾ, ਆਖਦੇ ਨੇ, ਸੱਚ ਦੱਸ ਰਹੇ ਨੇ। ਅਸਲੀ ਟਿਕਾਣਾ ਵਾਹਿਗੁਰੂ ਜੀ ਦੀ ਭੈ ਭਾਵਨੀ, ਉਹਦੀ ਮਿੱਠੀ ਮਿੱਠੀ ਯਾਦ ਦਾ ਰਸ ਹੈ, ਉਹਦੀ ਐਗਜ਼ਿਸਟੈਂਸ ਨੂੰ ਫੀਲ ਕਰਨਾ, ਮਹਿਸੂਸ ਕਰਨਾ ਹੈ। ਮਹੱਲੇ ਪਹਿਲੇ 17 ਅਸ਼ਟਪਦੀਆਂ, ਇਹ ਇਸ਼ਾਰਾ ਦੇ ਦਿੱਤਾ ਹੈ ਕਿ ਆ ਪਿਛਲੀਆਂ 17 ਅਸ਼ਟਪਦੀਆਂ ਮਹੱਲੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਨ, ਅੱਗੋਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਸ਼ੁਰੂ ਹੋ ਰਹੀਆਂ ਨੇ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤਾ ਹੋਇਆ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਹੈ, ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਮੂਲ ਮੰਤਰ ਦਾ ਸੰਖੇਪ ਰੂਪ ਇੱਥੇ ਲਿਖਿਆ ਹੋਇਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹੈ, ਸਤਿਗੁਰ ਸਰੂਪ ਦੀ ਕਿਰਪਾ ਦੇ ਨਾਲ, ਗੁਰੂ ਦੀ ਆਵਾਜ਼, ਸੱਚੇ ਗਿਆਨ, ਗੁਰੂ ਦੇ ਉਪਦੇਸ਼ ਦੀ ਕਿਰਪਾ ਦੇ ਨਾਲ ਉਹਨੂੰ ਮੰਨਣ ਦੀ ਭਾਵਨਾ ਨਾਲ ਕਿਰਪਾ ਹੋਣੀ ਹੈ, ਤੇ ਕਿਰਪਾ ਦੇ ਨਾਲ ਹੀ ਮਹਿਸੂਸ ਹੋਣਾ ਵਾਹਿਗੁਰੂ ਜੀ ਮੇਰੇ ਅੰਦਰ ਨੇ, ਬਾਹਰ ਨੇ, ਹਰ ਥਾਂ ਤੇ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਪਿਆਰੇ ਲੱਗਣ ਲੱਗ ਜਾਣ, ਕਿਰਪਾ ਹੋ ਗਈ। ਭਾਵਨਾ ਬਣ ਜਾਵੇ ਮੰਨਣ ਦੀ, ਕਿਰਪਾ ਹੋਰ ਵੱਧ ਗਈ। ਮੰਨਣ ਦਾ ਰਸ ਬਣ ਗਿਆ, ਇਹਨੂੰ ਕਹਿੰਦੇ ਨੇ ਕਿਰਪਾ। ਰੱਬ ਦੀ ਯਾਦ ਦੇ ਰਸ ਵਿੱਚ ਜਿਉਣਾ, ਗੁਰਮੁਖ ਸੁਭਾਅ ਵਿੱਚ ਜਿਉਣਾ, ਇਹ ਜੀਵਨ ਜਿਉਣਾ ਭਗਤੀ ਬਣ ਗਈ। ਬਿਨ ਗੁਰ ਭਗਤ ਨਾ ਹੋਏ, ਗੁਰੂ ਦੇ ਉਪਦੇਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਹੈ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਗੁਰ ਹੁੰਦਾ ਟੈਕਨੀਕ,
ਗੁਰੂ ਨੇ ਟੈਕਨੀਕ ਦੱਸੀ ਹੈ ਕਿਵੇਂ ਜਿਉਣਾ ਹੈ। ਇਹ ਸ਼ਬਦ ਆਮ ਪੰਜਾਬੀ 'ਚ ਵਰਤਿਆ ਜਾਂਦਾ ਹੈ, ਗੁਰ ਤੂੰ ਕਿੱਥੋਂ ਲਿਆ। ਉਹ ਟੈਕਨੀਕ, ਉਹ ਉਪਦੇਸ਼, ਉਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਅਰਥ ਸਮਝਾਂਗੇ, ਰਮਜਾਂ ਸਮਝਾਂਗੇ, ਗੁਰ ਸਰੂਪ ਦੇ ਦੀਦਾਰ ਹੋਣਗੇ। ਗੁਰ ਸਰੂਪ ਗੁਰੂ ਦਾ ਉਪਦੇਸ਼ ਹੈ, ਸ਼ਬਦ ਸਰੂਪ ਹੈ ਉਹ, ਉਹਨੂੰ ਮੰਨਣ ਤੋਂ ਬਿਨਾਂ ਇਹ ਜੀਵਨ ਭਗਤੀ ਨਹੀਂ ਬਣ ਸਕਦਾ। ਤੇ ਜਿਉਂ-ਜਿਉਂ ਮੰਨਣ ਤੁਰਿਆ, ਗੁਰਮੁਖ ਸੁਭਾਅ ਬਣਿਆ, ਫਿਰ ਇੱਦਾਂ ਮਹਿਸੂਸ ਹੋਇਆ, ਆਪੇ ਆਪ ਮਿਲਾਏ ਬੁਝੈ ਤਾਂ ਨਿਰਮਲ ਹੋਵੈ ਕੋਈ, ਗੁਮਾਨ ਨਾ ਆਵੇ, ਅੰਦਰ ਹੰਕਾਰ ਨਾ ਆਵੇ। ਇਸ ਲਈ ਇਹ ਸਿਧਾਂਤ ਮਨ ਵਿੱਚ ਵਸਾਉਣਾ ਹੈ। ਇਹ ਜੋ ਕੁਛ ਹੋ ਰਿਹਾ ਸਭ ਵਾਹਿਗੁਰੂ ਜੀ ਨੇ ਮਿਲਾਪ ਕਰਵਾਇਆ। ਆਡੀਓ ਸਹਿਜ ਪਾਠ ਬਹੁਤ ਸਨ, YouTube ਤੇ ਵੀ, ਗੁਰਬਾਣੀ ਰੇਡੀਓ ਰਾਹੀਂ ਵੀ, ਵੈਬਸਾਈਟਸ ਦੇ ਉੱਪਰ ਵੀ, ਐਪ ਦੇ ਉੱਪਰ ਵੀ ਬਹੁਤ ਸਨ, ਪਰ ਵੀਡੀਓ ਰਾਹੀਂ, ਟੈਲੀਵਿਜ਼ਨ ਸੀਰੀਜ਼ ਰਾਹੀਂ ਹਲੇ ਤੱਕ ਨਹੀਂ ਸੀ ਹੋਇਆ। ਇਹ ਕੋਈ ਯਤਨ ਨਹੀਂ ਹੈ, ਸਾਡੇ ਯਤਨਾਂ ਕਰਕੇ ਨਹੀਂ ਹੈ, ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਸੇਵਾ ਵਾਹਿਗੁਰੂ ਜੀ ਲੈ ਰਹੇ ਨੇ। ਇਹਨੂੰ ਸੰਗਤਾਂ, ਪਰਿਵਾਰ, ਬੱਚੇ, ਟੀਨੇਜਰ, ਨੌਜਵਾਨ ਪਸੰਦ ਕਰ ਰਹੇ ਨੇ। ਬੇਅੰਤ ਪਰਿਵਾਰਾਂ ਵਿੱਚ ਬੈਠ ਕੇ, ਬੱਚਿਆਂ ਵਿੱਚ ਬੈਠ ਕੇ ਸਹਿਜ ਪਾਠ ਦਾ ਲਾਹਾ ਲੈ ਰਹੇ ਨੇ। ਨਾ ਇਹ ਮੇਰੇ ਵੱਲੋਂ ਕੀਤਾ ਹੋਇਆ ਮੇਰਾ ਆਪਣਾ ਯਤਨ ਹੈ, ਇਹ ਸਭ ਵਾਹਿਗੁਰੂ ਜੀ ਦੇ ਖੇਲ ਨੇ। ਵਾਹਿਗੁਰੂ ਜੀ ਦਾ ਕੌਤਕ ਹੈ। ਬਸ ਸ਼ੁਕਰ ਹੈ ਵਾਹਿਗੁਰੂ। ਜੋ ਤੁਸੀਂ ਜੁੜ ਰਹੇ ਹੋ, ਇਹ ਵੀ ਵਾਹਿਗੁਰੂ ਜੀ ਦੇ ਵਰਤਾਰੇ ਨੇ, ਮਿਲਾਪ ਹੈ। ਇੱਦਾਂ ਜਦੋਂ ਮਹਿਸੂਸ ਕਰਦੇ ਹਾਂ ਤਾਂ ਨਿਰਮਲ ਹੋਵੇ ਕੋਈ, ਸੁਭਾਅ ਦੀ ਮੈਲ ਉਤਰਦੀ ਹੈ, ਸੋਚ ਦੀ ਮੈਲ ਉਤਰਦੀ ਹੈ। ਇਸ ਅਹਿਸਾਸ ਵਿੱਚ ਹੀ ਜਿਉਣਾ ਹੈ। ਹਰ ਜੀਉ ਸੱਚਾ ਸੱਚੀ ਬਾਣੀ, ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸੱਚੇ ਪਾਤਸ਼ਾਹ ਸਦਾ ਰਹਿਣ ਵਾਲੇ ਨੇ। ਉਹਨਾਂ ਦੇ ਉਪਦੇਸ਼, ਗਿਆਨ ਰੂਪੀ ਨਾਮ, ਗੁਰਬਾਣੀ ਸਦਾ ਰਹਿਣ ਵਾਲੀ ਇਸ ਦੀ ਵੀ ਹੈ, ਇਹਦੀ ਵੈਲਿਊ ਵੀ ਸਦਾ ਰਹਿਣੀ ਹੈ। ਸ਼ਬਦ, ਗੁਰਬਾਣੀ ਦੇ ਅੰਦਰ ਜੋ ਸ਼ਬਦ ਸਰੂਪ ਹੈ, ਉਪਦੇਸ਼ ਹੈ, ਗਿਆਨ ਰੂਪੀ ਨਾਮ ਹੈ, ਉਸਨੇ ਮਿਲਾਉਣਾ ਹੈ। ਉਹ ਮਿਲਾਵਾ ਬਣਨਾ, ਉਹਨੇ ਮਿਲਾਉਣ ਵਾਲਾ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਹੈ ਭਾਈ, ਜੇ ਤੇਰਾ ਜੀਵਨ ਭਗਤੀ ਨਹੀਂ ਬਣਿਆ, ਗੁਰੂ ਦੇ ਉਪਦੇਸ਼ ਅਨੁਸਾਰ ਨਹੀਂ ਬਣਿਆ ਸੋਚ ਸੁਭਾਅ, ਫਿਰ ਇਸ ਸੰਸਾਰ ਵਿੱਚ ਕਾਹਦਾ ਆਉਣਾ ਹੋਇਆ। ਭਾਵ ਜੀਵਨ ਵਿਅਰਥ ਹੈ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਓ। ਗੁਰੂ ਦੇ ਉਪਦੇਸ਼ ਨੂੰ ਮੰਨਣਾ ਗੁਰੂ ਦੀ ਸੇਵਾ ਹੈ। ਇਹਦੇ ਤੋਂ ਬਿਨਾਂ ਜਨਮ ਬਿਰਥਾ ਗਿਆ। ਜਨਮ ਲਿਆ ਸੀ ਇਨਸਾਨੀਅਤ ਦਾ, ਜਨਮ ਲਿਆ ਸੀ ਗੁਰਸਿੱਖ ਘਰਾਂ ਵਿੱਚ। ਗੁਰੂ ਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਬਿਰਥਾ ਗਿਆ। ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ, ਰਹਾਉ ਪਦ ਹੈ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਜਿਤਨਾ ਕਿ ਤੁਰੇ ਹਾਂ, ਜਿਤਨਾ ਕਿ ਜੁੜੇ ਹਾਂ, ਜਿਤਨਾ ਤੁਰ ਰਹੇ ਹਾਂ, ਇਹ ਸਭ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਹੈ। ਮਾਣ ਨਹੀਂ ਕਰਨਾ, ਗੁਮਾਨ ਨਹੀਂ ਕਰਨਾ। ਮਾਣ ਹੋ ਹੀ ਨਹੀਂ ਸਕਦਾ ਕਿਉਂਕਿ ਸਾਡੇ ਯਤਨ ਨਹੀਂ ਹੈ। ਇਹ ਤਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਉਹ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ, ਸਵਾਸ ਦੇਣ ਵਾਲੇ ਨੇ ਵਾਹਿਗੁਰੂ ਜੀ। ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਮਿਲਾਪ ਹੁੰਦਾ, ਉਹਨਾਂ ਦੀ ਬਖਸ਼ਿਸ਼ ਨਾਲ ਹੀ ਆਨੰਦ ਆਉਂਦਾ ਹੈ, ਉਹਨਾਂ ਦੀ ਬਖਸ਼ਿਸ਼ ਨਾਲ ਹੀ ਰੂਟੀਨ ਬਣਦਾ ਹੈ, ਉਹਨਾਂ ਦੀ ਬਖਸ਼ਿਸ਼ ਨਾਲ ਹੀ ਸਿਦਕ, ਲਗਨ, ਜਨੂਨ ਬਣਦਾ ਹੈ। ਇਸ ਭਾਵਨਾ ਦੇ ਨਾਲ ਵਾਹਿਗੁਰੂ ਜੀ ਨੂੰ ਸਮਰਪਿਤ ਹੋਣ ਦਾ ਤਰੀਕਾ ਹੈ। ਜੀ ਜੰਤ ਏਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਜੀਵ ਜੰਤੂ ਵਿਚਾਰੇ ਕਿਹਦੇ ਵਿਚਾਰੇ ਨੇ, ਆਖਣਾ ਸੁਣਨਾ ਕਿਹੜੀਆਂ ਗੱਲਾਂ ਨੇ ਪਿਆਰਿਓ, ਸਭ ਵਾਹਿਗੁਰੂ ਜੀ ਦੇ ਵਰਤਾਰੇ ਨੇ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਜਦੋਂ ਮਨ ਵਿੱਚ ਭਾਵਨਾ, ਲਗਨ, ਜਨੂਨ, ਪਿਆਰ ਬਣਦੇ ਨੇ, ਜਜ਼ਬਾ ਬਣਦੇ ਨੇ, ਸੁਭਾਅ ਗੁਰਮੁਖ ਬਣਦਾ ਹੈ। ਇਹ ਵਾਹਿਗੁਰੂ ਜੀ ਦੀ ਦਿੱਤੀ ਹੋਈ ਬਖਸ਼ਿਸ਼ ਹੈ। ਜਿਹੜੇ ਪਰਉਪਕਾਰ ਦੇ ਮਿਸ਼ਨ ਨੇ ਨਾ, ਉਹ ਆਪ ਹੀ ਸੇਵਾ ਕਰਵਾਉਂਦੇ, ਆਪ ਹੀ ਪਰਉਪਕਾਰ ਲਈ ਪਲੇਟਫਾਰਮ ਦਿੰਦੇ ਨੇ, ਆਪ ਹੀ ਪਰਉਪਕਾਰ ਵਾਸਤੇ ਰਾਹ ਖੋਲ ਦਿੰਦੇ ਨੇ, ਆਪ ਹੀ ਸਿਦਕ ਜਜ਼ਬਾ ਦਿੰਦੇ ਨੇ। ਸਭ ਵਾਹਿਗੁਰੂ ਜੀ ਦਾ ਖੇਲ ਹੈ ਪਿਆਰੇ। ਦੇਖ ਕੁਟੰਬ ਮੋਹ ਲਭਾਣਾ, ਚੱਲਦਿਆਂ ਨਾਲ ਨਾ ਜਾਈ। ਪਰਿਵਾਰ, ਰਿਸ਼ਤੇ ਇਹ ਮਦਦਗਾਰ ਨੇ, ਰੱਬ ਦੇ ਦਿੱਤੀਆਂ ਦਾਤਾਂ ਨੇ।
ਪਰ ਸਵਾਰਥ ਲੋਭ ਵਿੱਚ ਇਸ ਵਿੱਚ ਗਲਤਾਨ ਨਹੀਂ ਹੋਣਾ। ਇਹ ਚੱਲਣਹਾਰ ਨੇ, ਬਿਨਸਨਹਾਰ ਨੇ। ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਪਰਿਵਾਰਕ ਰਿਸ਼ਤੇਦਾਰੀਆਂ, ਇਹ ਜ਼ਿੰਮੇਵਾਰੀਆਂ ਰੱਬ ਦੀਆਂ ਦਿੱਤੀਆਂ ਨੇ, ਜ਼ਿੰਮੇਵਾਰੀਆਂ ਸਮਝ ਕੇ ਨਿਭਾਉਣੀਆਂ ਨੇ। ਮੇਰੀ ਸਵਾਰਥ ਦੇ ਗਲਤਾਨ ਵਿੱਚ ਨਹੀਂ ਉਲਝਣਾ, ਉਸ ਜਾਲ ਵਿੱਚ ਨਹੀਂ ਫਸਣਾ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮ ਨਾ ਪਾਈ। ਸਤਿਗੁਰ ਸਰੂਪ ਗੁਰੂ ਦੀ ਆਵਾਜ਼, ਗੁਰੂ ਸਾਹਿਬ ਕੀ ਕਹਿ ਰਹੇ ਨੇ? ਸੱਚਾ ਗਿਆਨ ਹੈ, ਰੱਬ ਦਾ ਗਿਆਨ ਹੈ, ਬ੍ਰਹਮ ਗਿਆਨ ਹੈ। ਉਸ ਨੂੰ ਮੰਨਣਾ ਹੀ ਸੇਵਾ ਹੈ। ਉਹਦੇ ਨਾਲ ਅੰਦਰੋਂ ਹੀ ਗੁਣਾਂ ਦਾ ਖਜ਼ਾਨਾ ਮਿਲਦਾ ਹੈ। ਜਿਉਂ-ਜਿਉਂ ਗੁਣ ਆਉਂਦੇ ਨੇ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਦੀ ਯਾਦ, ਸ਼ੁਕਰਾਨਾ ਵੱਧਦਾ ਹੈ। ਇਹਦੀ ਕੀਮਤ ਕੋਈ ਨਹੀਂ, ਬੜਾ ਅਨਮੋਲ ਹੈ ਰਤਨ ਹੈ। ਪ੍ਰਭ ਸਖਾ ਹਰ ਜੀਉ ਮੇਰਾ, ਅੰਤੇ ਹੋਏ ਸਖਾਈ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਮਦਦਗਾਰ ਨੇ। ਹਰ ਵੇਲੇ ਰਹਿਮਤਾਂ ਕਰਦੇ ਨੇ, ਹਰ ਵੇਲੇ ਉਹ ਰੱਖਿਆ ਕਰਦੇ ਨੇ। ਪੁਰਾਤਨ ਬਜ਼ੁਰਗ ਹਮੇਸ਼ਾ ਇੱਕ ਦੂਸਰੇ ਤੋਂ ਵਿਛੜਨ ਲੱਗਿਆ। ਜਦੋਂ ਤੁਰਦੇ ਸੀ ਆਪਾਂ ਫਤਿਹ ਬੁਲਾਉਂਦੇ ਹਾਂ, ਬਾਏ ਬਾਏ ਕਰਦੇ ਹਾਂ, ਉਹ ਹਮੇਸ਼ਾ ਕਹਿੰਦੇ ਸੀ ਗੁਰੂ ਅੰਗ ਸੰਗ ਗੁਰੂ ਰਾਖਾ। ਸਤਿਗੁਰੂ ਕਿਰਪਾ ਕਰਨ ਇਹ ਅਹਿਸਾਸ ਬਣਿਆ ਰਵੇ। ਗੁਰੂ ਦੇ ਰੰਗ ਵਿੱਚ, ਵਾਹਿਗੁਰੂ ਦੇ ਰੰਗ ਵਿੱਚ ਜੀਵਨ ਜਿਉਣ ਦੀ ਯੋਗਤਾ ਆਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਚੌਥੇ ਪਦੇ ਤੋਂ ਵਿਚਾਰ ਅਗਲੇ ਐਪੀਸੋਡ ਵਿੱਚ ਸਿੱਖਣ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ।